ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਪਰਮਿੰਦਰ ਸਿੰਘ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਤਮ ਨਿਰਭਰ ਭਾਰਤ ਸਵੈਮ ਪੂਰਨ ਗੋਆ ਪ੍ਰੋਗਰਾਮ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ। ਜੰਮੂ ਕਸ਼ਮੀਰ ਦੇ ਦੌਰੇ ਤੇ ਸ਼੍ਰੀਨਗਰ ਪੁੱਜੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਕੇਂਦਰ ਸਰਕਾਰ ਦੀ ਮੁਦਰਾ ਯੋਜਨਾ ਨੇ ਫਰੀਦਕੋਟ ਜ਼ਿਲ੍ਹੇ ਵਿੱਚ ਜ਼ਰੂਰਤਮੰਦਾਂ ਦੇ ਸੁਪਨੇ ਸਾਕਾਰ ਕੀਤੇ। ਤੇ ਪ੍ਰਧਾਨ ਮੰਤਰੀ ਮੋਦੀ ਭਲਕੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨਾਲ ਵਿਚਾਰ ਸਾਂਝੇ ਕਰਨਗੇ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਆਤਮ ਨਿਰਭਰ ਭਾਰਤ ਸਵੈਮ ਪੂਰਨ ਗੋਆ ਪ੍ਰੋਗਰਾਮ ਦੇ ਲਾਭਪਾਤਰੀਆਂ ਤੇ ਹਿਤਧਾਰਕਾਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਹਿਤਧਾਰਕਾਂ ਤੋਂ ਪ੍ਰੋਗਰਾਮ ਬਾਰੇ ਜਾਣਕਾਰੀ ਹਾਸਲ ਕੀਤੀ। ਵੱਖ-ਵੱਖ ਹਿਤਧਾਰਕਾਂ ਨੇ ਇਸ ਪ੍ਰੋਗਰਾਮ ਤੋਂ ਆਮ ਨਾਗਰਿਕਾਂ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਿਆ। ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦ ਉਹ ਗੁਜਰਾਤ ਵਿੱਚ ਸਨ ਤਾਂ ਉਹਨਾਂ ਨੇ ਖੁਦ ਇਸ ਪ੍ਰੋਗਰਾਮ ਬਾਰੇ ਸਵੈਮ ਪੂਰਨ ਮਿੱਤਰਾਂ ਨੂੰ ਸਿਖਲਾਈ ਦਿਵਾਈ ਸੀ। ਉਹਨਾਂ ਕਿਹਾ ਕਿ ਇਹ ਪ੍ਰੋਗਰਾਮ ਰੇਹੜੀ ਪਟੜੀ ਵਾਲਿਆਂ ਵਾਸਤੇ ਬਹੁਤ ਲਾਭਦਾਇਕ ਸਾਬਤ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਮਹਿਲਾਵਾਂ ਨੂੰ ਸ਼ਕਤੀਆਂ ਦੇਣ ਲਈ ਵਚਨਬੱਧ ਹੈ ਤੇ ਲਗਾਤਾਰ ਇਸ ਲਈ ਯਤਨ ਕੀਤੇ ਜਾ ਰਹੇ ਨੇ। आज गोवा नए आत्मविश्वास से आगे बढ़ रहा है। टीम गोवा की इस नई टीम स्पिरिट का ही परिणाम स्वयं पूर्ण गोवा का संकल्प है। भाइयों और बहनों, गोवा के पास एक बहुत समृद्ध ग्रामीण संपदा भी है और एक आकर्षक अर्बन लाइफ भी है। ਪ੍ਰਧਾਨ ਮੰਤਰੀ ਦੇ ਆਤਮ ਨਿਰਭਰ ਭਾਰਤ ਦੇ ਸੱਦੇ ਤੋਂ ਪ੍ਰੇਰਿਤ ਇਹ ਪਹਿਲ ਬੀਤੇ ਸਾਲ 1 ਅਕਤੂਬਰ ਨੂੰ ਸ਼ੁਰੂ ਕੀਤੀ ਗਈ ਸੀ। ਇਸ ਪ੍ਰੋਗਰਾਮ ਤਹਿਤ ਇੱਕ ਸੂਬਾ ਸਰਕਾਰੀ ਅਧਿਕਾਰੀ ਨੂੰ ਸਵੈ ਪੂਰਨ ਮਿੱਤਰ ਵਜੋਂ ਨਿਯੁਕਤ ਕੀਤਾ ਜਾਂਦਾ ਹੈ। ਨਿਰਧਾਰਿਤ ਮਿੱਤਰ ਪੰਚਾਇਤ ਜਾਂ ਮਿਊਨਿਸਪੈਲਿਟੀ ਦਾ ਦੌਰਾ ਕਰਦਾ ਹੈ, ਲੋਕਾਂ ਨਾਲ ਗੱਲਬਾਤ ਕਰਦਾ ਹੈ ਅਤੇ ਬਹੁਤ ਸਰਕਾਰੀ ਵਿਭਾਗਾਂ ਨਾਲ ਤਾਲਮੇਲ ਕਰਦਾ ਹੈ ਅਤੇ ਵੱਖ-ਵੱਖ ਸਰਕਾਰੀ ਸਕੀਮਾਂ ਨੂੰ ਯਕੀਨੀ ਬਣਾਉਂਦਾ ਹੈ ਤਾਂ ਜੋ ਲਾਭਪਾਤਰੀਆਂ ਤੱਕ ਲਾਭ ਉਪਲਬਧ ਹੋ ਸਕਣ। ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ ਕਸ਼ਮੀਰ ਦੇ 3 ਦਿਨਾਂ ਦੌਰੇ ਤੇ ਅੱਜ ਸ਼੍ਰੀਨਗਰ ਪੁੱਜੇ। ਅਮਿਤ ਸ਼ਾਹ ਸਰਕਾਰੀ ਹਵਾਈ ਅੱਡੇ ਤੋਂ ਸਿੱਧੇ ਸ਼ਹੀਦ ਪਰਵੇਜ਼ ਅਹਿਮਦ ਦੇ ਘਰ ਗਏ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। CID ਦੇ ਅਧਿਕਾਰੀ ਅਹਿਮਦ ਦੀ 4 ਮਹੀਨੇ ਪਹਿਲਾਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅਮਿਤ ਸ਼ਾਹ ਨੇ ਵੱਖ-ਵੱਖ ਪੇਂਡੂ ਕਲੱਬਾਂ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਅਮਿਤ ਸ਼ਾਹ ਕੱਲ੍ਹ ਜੰਮੂ ਜਾਣਗੇ ਤੇ ਪੰਚਾਇਤ ਮੈਂਬਰਾਂ ਤੇ BJP ਵਰਕਰਾਂ ਨਾਲ ਗੱਲਬਾਤ ਕਰਨਗੇ। ਦੇਸ਼ ਵਿਆਪੀ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ 101 ਕਰੋੜ 77 ਲੱਖ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਨੇ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 68 ਲੱਖ ਤੋਂ ਵੱਧ ਕੋਵਿਡ ਟੀਕੇ ਲਗਾਏ ਗਏ ਨੇ। ਦੇਸ਼ ਵਿੱਚ ਕੋਵਿਡ ਦੇ ਤਾਜ਼ੇ ਮਾਮਲਿਆਂ ਦਾ ਘਟਣ ਦਾ ਸਿਲਸਿਲਾ ਜਾਰੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ 16,326 ਨਵੇਂ ਮਾਮਲੇ ਸਾਹਮਣੇ ਆਏ ਨੇ। ਇਸ ਦੌਰਾਨ 17,687 ਕੋਰੋਨਾ ਮਰੀਜ਼ ਵੀ ਠੀਕ ਹੋਏ ਨੇ। ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਕਿਤੂਰ ਦੀ ਰਾਣੀ ਚਿੰਨੰਮਾ ਬਾਰੇ ਦੱਸਾਂਗੇ। ਪੇਸ਼ ਹੈ ਇੱਕ ਰਿਪੋਰਟ। ਅਕਤੂਬਰ 1778 ਨੂੰ ਕਿਤੂਰ ਦੀ ਰਾਣੀ ಚೆನ್ನಮ್ಮ ਦੀ ਬਰਸੀ ਹੈ। ಕಿತ್ತೂರ ಚೆನ್ನಮ್ಮ ಹಿಡಿದರ ಖಡ್ಗ ಬ್ರಿಟಿಷರಿಗೆ ಹುಟ್ಟುತ್ತಿದ್ದ ನಡಗ ಎದುರಾಳಿನ ಎದಿಯ ಸೀಳಿ ಕೊಟ್ಟಾಳು ಮನ್ನ ತಲುವರ ಹಿಡಿದು ಮಾಡಿದ್ರ ಯುದ್ಧ ಕಿತ್ತೂರ ಸೈನ್ಯ ಬರ್ತಿದ್ದ ಗೆದ್ದ ಕಿತ್ತೂರ ಸಂಸ್ಥಾನದ ಅಧಿಪತಿಯಾಗಿ ಆಳಿದು ಚೆನ್ನಮ್ಮ। ਉਹ ਉਹਨਾਂ ਮਹਿਲਾ ਸ਼ਾਸਕਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ 1824 ਵਿੱਚ ਈਸਟ ਇੰਡੀਆ ਕੰਪਨੀ ਦੇ ਵਿਰੁੱਧ ਹਥਿਆਰਬੰਦ ਵਿਰੋਧੀ ਅਗਵਾਈ ਕੀਤੀ। ਬਚਪਨ ਤੋਂ ਹੀ ਉਹਨਾਂ ਨੇ ਘੁੜਸਵਾਰੀ, ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਸਮੇਤ ਯੁੱਧ ਜਿੱਤਣ ਲਈ ਸਾਰੇ ਜ਼ਰੂਰੀ ਕੌਸ਼ਲ ਪ੍ਰਾਪਤ ਕਰ ਲਏ ਸੀ ਅਤੇ ਬਹੁਤ ਜਲਦ ਉਹ ਆਪਣੀ ਬਹਾਦਰੀ ਲਈ ਜਾਣੀ ਜਾਣ ਲੱਗੀ। ਅੰਗਰੇਜ਼ਾਂ ਨੇ ਰਾਜ ਨੂੰ ਹੜਪਣ ਦੀ ਨੀਤੀ ਤਹਿਤ 1824 ਵਿੱਚ ਕਿਤੂਰ 'ਤੇ ਕਬਜ਼ਾ ਕਰ ਲਿਆ।
ਜਦ ਮਹਾਰਾਣੀ ਨੇ ਬ੍ਰਿਟਿਸ਼ ਕਬਜ਼ੇ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਬ੍ਰਿਟਿਸ਼ ਸੈਨਾ ਨੇ 400 ਬੰਦੂਕਾਂ ਨਾਲ ਲੈਸ 20,000 ਸੈਨਿਕਾਂ ਨਾਲ 1824 ਵਿੱਚ ਕਿਤੂਰ ਤੇ ਹਮਲਾ ਕਰ ਦਿੱਤਾ। ਉਹਨਾਂ ਦਾ ਇਰਾਦਾ ਕਿਤੂਰ ਦੇ ਗਹਿਣਿਆਂ ਅਤੇ 15 ਲੱਖ ਰੁਪਏ ਦੇ ਖਜ਼ਾਨੇ ਤੇ ਕਬਜ਼ਾ ਕਰਕੇ ਕਿਤੂਰ ਨੂੰ ਆਰਥਿਕ ਰੂਪ ਵਿੱਚ ਕਮਜ਼ੋਰ ਕਰਨਾ ਅਤੇ ਮਹਾਰਾਣੀ ਨੂੰ ਸਿੰਘਾਸਨ ਤੋਂ ਹੀਠਾਂ ਲਾਉਣਾ ਸੀ। ਅੰਗਰੇਜ਼ਾਂ ਦੇ ਮੁਕਾਬਲੇ ਘੱਟ ਸੈਨਾ ਦੇ ਬਾਵਜੂਦ ਚੰਨੰਮਾ ਨੇ ਦੁਸ਼ਮਣਾਂ ਨੂੰ ਵੱਡੀ ਟੱਕਰ ਦਿੱਤੀ ਤੇ ਪਹਿਲਾ ਯੁੱਧ ਜਿੱਤਿਆ। ਬ੍ਰਿਟਿਸ਼ ਸੈਨਾ ਨੂੰ ਜ਼ਬਰਦਸਤ ਨੁਕਸਾਨ ਉਠਾਉਣਾ ਪਿਆ ਤੇ 2 ਬ੍ਰਿਟਿਸ਼ ਅਧਿਕਾਰੀ ਸਰ ਵਾਲਟਰ ਇਲੀਅਟ ਅਤੇ ਸਟੀਵਨਸਨ ਨੂੰ ਕੈਦ ਕਰ ਲਿਆ ਗਿਆ। ਇਸ ਨਾਲ ਚੰਨੰਮਾ ਨੂੰ ਯੁੱਧ ਵਿਰਾਮ ਲਈ ਆਪਣੀਆਂ ਸ਼ਰਤਾਂ ਮਨਾਉਣ ਵਿੱਚ ਆਸਾਨੀ ਹੋਈ। ਚੰਨੰਮਾ ਯੁੱਧ ਸਮਾਪਤ ਕਰਨ ਅਤੇ ਆਪਣੇ ਬੇਟੇ ਨੂੰ ਸਿੰਘਾਸਨ ਤੇ ਬਿਠਾਉਣ ਦੀ ਸ਼ਰਤ ਤੇ ਬ੍ਰਿਟਿਸ਼ ਕੈਦੀਆਂ ਨੂੰ ਰਿਹਾ ਕਰਨ ਲਈ ਸਹਿਮਤ ਹੋ ਗਈ। ਈਸਟ ਇੰਡੀਆ ਕੰਪਨੀ ਦੇ ਕਮਿਸ਼ਨਰ ਚੈਪਲਨ ਨੇ ਇਹ ਸ਼ਰਤ ਮੰਨ ਲਈ ਤੇ ਕੈਦੀ ਰਿਹਾ ਕਰ ਦਿੱਤੇ ਗਏ। ਹਾਲਾਂਕਿ ਸਿੱਧੇ ਤੌਰ ਤੇ ਬ੍ਰਿਟਿਸ਼ ਸੈਨਾ ਨੇ ਦੂਜਾ ਵਿਸ਼ਵ ਯੁੱਧ ਛੇੜ ਦਿੱਤਾ। ਉਹ ਇੱਕ ਮਹਿਲਾ ਤੋਂ ਅਪਮਾਨਜਨਕ ਹਾਰ ਨੂੰ ਪਚਾ ਨਹੀਂ ਪਾ ਰਹੇ ਸਨ, ਇਸ ਲਈ ਉਹਨਾਂ ਨੇ ਮੈਸੂਰ ਤੇ ਸੋਲਾਪੁਰ ਵਿੱਚ ਸੈਨਾ ਵਿੱਚ ਘੁਸਪੈਠ ਦੀ ਸਾਜ਼ਿਸ਼ ਰਚੀ। ਉਹਨਾਂ ਨੇ ਚੰਨੰਮਾ ਦੇ 2 ਸੈਨਿਕਾਂ ਨੂੰ ਤੋੜ ਲਿਆ ਤੇ ਬਾਰੂਦ ਵਿੱਚ ਗੋਬਰ ਤੇ ਗੰਦਗੀ ਮਿਲਾ ਦਿੱਤੀ। ਇਸ ਵਾਰ ਚੰਨੰਮਾ ਨੂੰ ਫੜ ਲਿਆ ਗਿਆ ਅਤੇ ਬੇਲਹੌਂਗਲ ਜ਼ਿਲ੍ਹੇ ਵਿੱਚ ਜੀਵਨ ਭਰ ਲਈ ਕੈਦ ਕਰ ਦਿੱਤਾ ਗਿਆ। 21 ਫਰਵਰੀ 1829 ਨੂੰ ਚੰਨੰਮਾ ਸਵਰਗਵਾਸ ਹੋ ਗਈ। ਰਾਣੀ ਚੰਨੰਮਾ ਦਾ ਅੰਤਿਮ ਸੰਸਕਾਰ ਬੇਲਹੌਂਗਲ ਤਾਕੁਲ ਵਿੱਚ ਕੀਤਾ ਗਿਆ। ਉਹਨਾਂ ਦੀ ਵਿਰਾਸਤ ਅਤੇ ਪਹਿਲੀ ਜਿੱਤ ਹੁਣ ਵੀ ਕਿਤੂਰ ਵਿੱਚ ਧੂਮਧਾਮ ਨਾਲ ਯਾਦ ਕੀਤੀ ਜਾਂਦੀ ਹੈ ਤੇ 22 ਤੇ 24 ਅਕਤੂਬਰ ਦੇ ਦੌਰਾਨ ਕਿਤੂਰ ਉਤਸਵ ਮਨਾਇਆ ਜਾਂਦਾ ਹੈ। ਅੱਜ ਹੀ ਦੇ ਦਿਨ 23 ਅਕਤੂਬਰ 1934 ਨੂੰ ਮਹਾਤਮਾ ਗਾਂਧੀ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਰਾਜਨੀਤੀ ਛੱਡ ਦਿੱਤੀ ਸੀ। ਉਹਨਾਂ ਨੇ ਕਿਹਾ ਸੀ ਕਿ ਉਹ ਸਰਗਰਮ ਰਾਜਨੀਤੀ ਛੱਡ ਕੇ ਅਤੇ ਕਾਂਗਰਸ ਦੀ ਮੈਂਬਰਸ਼ਿਪ ਤੋਂ ਵੀ ਤਿਆਗ ਪੱਤਰ ਦੇ ਰਹੇ ਨੇ, ਕਿਉਂਕਿ ਉਹ ਆਪਣੇ ਆਪ ਨੂੰ ਰਚਨਾਤਮਕ ਕਾਰਜਾਂ ਅਤੇ ਹਰੀਜਨ ਕਲਿਆਣ ਦੇ ਲਈ ਪੂਰੀ ਤਰ੍ਹਾਂ ਸਮਰਪਿਤ ਕਰਨਾ ਚਾਹੁੰਦੇ ਨੇ। ਉਹ ਪਾਰਟੀ ਦੀ ਸਥਿਤੀ ਨਾਲ ਅਸਹਿਮਤ ਨਹੀਂ ਸਨ, ਲੇਕਿਨ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਜੇ ਤਿਆਗ ਪੱਤਰ ਦਿੱਤਾ ਗਿਆ ਹੈ ਤਾਂ ਭਾਰਤੀ ਜਨਤਾ ਦੇ ਵਿੱਚ ਉਹਨਾਂ ਦੀ ਲੋਕਪ੍ਰਿਯਤਾ ਘਟ ਕੇ ਕੇਵਲ ਮੈਂਬਰਸ਼ਿਪ ਤੱਕ ਹੀ ਸੀਮਤ ਰਹਿ ਜਾਵੇਗੀ। ਉਹਨਾਂ ਦਿਨਾਂ ਵਿੱਚ ਪਾਰਟੀ ਵਿੱਚ ਕਮਿਊਨਿਸਟਾਂ, ਸਮਾਜਵਾਦੀਆਂ, ਟ੍ਰੇਡ ਯੂਨੀਅਨ, ਵਿਦਿਆਰਥੀਆਂ, ਧਾਰਮਿਕ ਰੂੜੀਵਾਦੀਆਂ, ਕਾਰੋਬਾਰੀਆਂ ਦੇ ਸਮਰਥਕਾਂ ਸਮੇਤ ਵੱਖ-ਵੱਖ ਧਿਰਾਂ ਸ਼ਾਮਲ ਸਨ ਅਤੇ ਗਾਂਧੀ ਜੀ ਚਾਹੁੰਦੇ ਸਨ ਕਿ ਉਹਨਾਂ ਨੂੰ ਆਪਣੀ ਆਵਾਜ਼ ਉਠਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਗਾਂਧੀ ਜੀ ਦਾ ਇਹ ਵਿਸ਼ਵਾਸ ਸੀ ਕਿ ਕਾਂਗਰਸ ਪਾਰਟੀ ਦੇ ਪ੍ਰਮੁੱਖ ਮੈਂਬਰਾਂ ਨੇ ਰਾਜਨੀਤਿਕ ਮਾਧਿਅਮ ਦੇ ਰੂਪ ਵਿੱਚ ਅਹਿੰਸਾ ਨੂੰ ਅਪਣਾਇਆ ਹੈ ਤੇ ਇਸ ਨੂੰ ਬੁਨਿਆਦੀ ਰੂਪ ਨਾਲ ਨਹੀਂ ਅਪਣਾ ਸਕੇ। ਰਾਜਨੀਤਿਕ ਗਤੀਵਿਧੀ ਦੇ ਬਜਾਏ ਉਸ ਵੇਲੇ ਗਾਂਧੀ ਜੀ ਨੇ ਬੁਨਿਆਦੀ ਧਰਾਤਲ ਨਾਲ ਰਾਸ਼ਟਰ ਨਿਰਮਾਣ ਲਈ ਰਚਨਾਤਮਕ ਕਾਰਜ ਵੱਲ ਧਿਆਨ ਕੇਂਦਰਿਤ ਕੀਤਾ। ਕੁੱਲ ਜਨਸੰਖਿਆ ਦੀ ਲਗਭਗ 80% ਪੇਂਡੂ ਆਬਾਦੀ ਨੂੰ ਸਿੱਖਿਅਤ ਕਰਨਾ ਆਸਾਨ ਕੰਮ ਨਹੀਂ ਸੀ। ਗਾਂਧੀ ਜੀ ਨੇ ਅਛੂਤਤਾ ਦੇ ਵਿਰੁੱਧ ਲੜਾਈ ਜਾਰੀ ਰੱਖੀ। ਉਹਨਾਂ ਨੇ ਹੱਥ ਨਾਲ ਕਤਾਈ, ਬੁਣਾਈ ਅਤੇ ਹੋਰ ਛੋਟੇ ਉਦਯੋਗਾਂ ਨੂੰ ਪ੍ਰੋਤਸਾਹਨ ਦਿੱਤਾ ਤਾਂ ਜੋ ਬੇਰੁਜ਼ਗਾਰ ਲੋਕਾਂ ਨੂੰ ਰੋਜ਼ੀ ਰੋਟੀ ਉਪਲਬਧ ਹੋਵੇ। ਗਾਂਧੀ ਜੀ ਸੇਵਾਗ੍ਰਾਮ ਵਿੱਚ ਲੱਗੇ ਰਹੇ, ਜੋ ਬਾਅਦ ਵਿੱਚ ਉਹਨਾਂ ਦੇ ਸਮਾਜਿਕ ਅਤੇ ਆਰਥਿਕ ਕਲਿਆਣ ਦੇ ਕਾਰਜਾਂ ਦਾ ਕੇਂਦਰ ਬਣਿਆ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਰਮੇ ਦੇ ਨੁਕਸਾਨ ਤੋਂ ਪ੍ਰਭਾਵਿਤ 5 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੁਕੰਮਲ ਰਿਪੋਰਟਾਂ ਹਰ ਹਾਲ ਵਿੱਚ 29 ਅਕਤੂਬਰ ਤੱਕ ਭੇਜਣ ਲਈ ਕਿਹਾ ਹੈ ਤਾਂ ਜੋ ਉਹਨਾਂ ਨੂੰ ਛੇਤੀ ਤੋਂ ਛੇਤੀ ਮੁਆਵਜ਼ਾ ਦਿੱਤਾ ਜਾ ਸਕੇ। ਉਹਨਾਂ ਨੇ ਨਰਮਾ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਇਸ ਨਾਜ਼ੁਕ ਸਮੇਂ ਵਿੱਚ ਉਹਨਾਂ ਦੀ ਸਾਰ ਲੈਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਫਸਲ ਗੁਲਾਬੀ ਸੁੰਡੀ ਨਾਲ ਨੁਕਸਾਨੀ ਗਈ ਹੈ ਉਹ ਕਿਸੇ ਵੀ ਗਲਤ ਪ੍ਰਚਾਰ ਤੋਂ ਗੁੰਮਰਾਹ ਨਾ ਹੋਣ। ਕੇਂਦਰ ਸਰਕਾਰ ਦੁਆਰਾ ਕਾਰੋਬਾਰ ਚਲਾਉਣ ਲਈ ਬੈਂਕਾਂ ਤੋਂ ਕਰਜ਼ਾ ਲੈਣ ਵਾਸਤੇ ਸ਼ੁਰੂ ਕੀਤੀ ਗਈ ਮੁਦਰਾ ਸਕੀਮ ਲਾਹੇਵੰਦ ਸਾਬਤ ਹੋ ਰਹੀ ਹੈ। ਮਹਾਮਾਰੀ ਨਾਲ ਆਰਥਿਕ ਤੌਰ ਤੇ ਨੁਕਸਾਨੇ ਗਏ ਵਪਾਰ ਨੂੰ ਇਸ ਸਕੀਮ ਤਹਿਤ ਰਾਹਤ ਮਿਲੀ ਹੈ। ਜ਼ਿਲ੍ਹਾ ਫਰੀਦਕੋਟ ਦੇ ਲੀਡ ਬੈਂਕ ਪੰਜਾਬ ਐਂਡ ਸਿੰਧ ਬੈਂਕ ਨੇ ਹੋਰ ਬੈਂਕਾਂ ਨਾਲ ਮਿਲ ਕੇ ਫਰੀਦਕੋਟ ਵਿੱਚ ਇੱਕ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ। ਬੈਂਕ ਦੇ ਜ਼ੋਨਲ ਮੈਨੇਜਰ ਕੁਲਦੀਪ ਸਿੰਘ ਗਿੱਲ ਨੇ ਦੱਸਿਆ ਕਿ ਮੁਦਰਾ ਯੋਜਨਾ ਤਹਿਤ ਹੁਣ ਤੱਕ 3 ਕਰੋੜ ਤੋਂ ਵੱਧ ਦੀ ਰਕਮ 155 ਲਾਭਪਾਤਰੀਆਂ ਨੂੰ ਵੰਡੀ ਗਈ ਹੈ। मुद्रा योजना के प्रधानमंत्री स्ट्रीट वेंडर योजना तहत अज असी तकरीबन 155 चैक जिहदी कि कुल अमाउंट 3 करोड़ 55 ਲੱਖ ਦੀ ਸੈਂਕਸ਼ਨਸ ਵਿਤਰਿਤ ਕੀਤੀਆਂ। ਉਹਦੇ ਰਾਹੀਂ ਅਸੀਂ ਇਹਨਾਂ ਸਾਰੇ ਸਟਰੀਟ ਵੈਂਡਰ ਨੂੰ ਤੇ ਮੁਦਰਾ ਯੋਜਨਾ ਰਾਹੀਂ ਆਪਾਂ ਸਾਰਿਆਂ ਨੂੰ ਚੈੱਕ ਵਿਤਰਿਤ ਕੀਤੇ।
ਮੁਦਰਾ ਸਕੀਮ ਤਹਿਤ 10 ਲੱਖ ਤੱਕ ਦਾ ਕਰਜ਼ਾ ਲੈਣ ਵਾਲੇ ਪਿੰਡ ਕੁਗਿਆਣਾ ਦੇ ਨਿਵਾਸੀ ਕੁਲਦੀਪ ਸਿੰਘ ਨੇ ਕਿਹਾ ਹੈ ਕਿ ਇਸ ਕਰਜ਼ੇ ਨਾਲ ਉਹਨਾਂ ਦੇ ਚੌਲਾਂ ਦੇ ਕਾਰੋਬਾਰ ਨੂੰ ਲਾਭ ਮਿਲੇਗਾ। ਪਿੰਡ ਸਰਾਵਾਂ ਦੇ ਲਾਭਪਾਤਰੀ ਪ੍ਰੀਤਮ ਸਿੰਘ ਮੁਤਾਬਕ ਉਹਨਾਂ ਯੋਜਨਾ ਤਹਿਤ ਬੈਂਕ ਤੋਂ 1 ਲੱਖ ਤੱਕ ਦਾ ਕਰਜ਼ਾ ਲਿਆ ਹੈ, ਜਿਸ ਨਾਲ ਉਹ ਮੋਟਰਾਂ ਬੰਨ੍ਹਣ ਦਾ ਕੰਮ ਕਰਨਗੇ। ਫਰੀਦਕੋਟ ਦੇ ਕੋਲ ਲਾਭਪਾਤਰੀ ਗੌਤਮ ਜੈਨ ਨੇ ਦੱਸਿਆ ਕਿ ਉਹ ਕਰਜ਼ ਦੀ ਰਕਮ ਨਾਲ ਆਪਣਾ ਬੀਜ ਦਾ ਕਾਰੋਬਾਰ ਵਧਾਉਣਗੇ। ਮੈਂ ਪੰਜਾਬ ਐਂਡ ਸਿੰਧ ਬੈਂਕ ਤੋਂ 1 ਲੱਖ ਰੁਪਏ ਦਾ ਲੋਨ ਲਿਆ ਹੈ। ਪਹਿਲਾਂ ਵੀ ਮੈਂ 1 ਲੱਖ ਰੁਪਏ ਦਾ ਲੋਨ ਲਿਆ ਸੀ, ਟਾਈਮ ਸਿਰ ਮੋੜਤਾ ਸੀਗਾ। ਮੈਨੇਜਰ ਸਾਹਿਬ ਨੇ ਦੁਬਾਰੇ ਸੱਦ ਕੇ ਮੈਨੂੰ 1 ਲੱਖ ਰੁਪਏ ਦਾ ਮੁਦਰਾ ਲੋਨ 1 ਲੱਖ ਰੁਪਏ ਦਾ ਦੁਬਾਰੇ ਦਿੱਤਾ ਹੈ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਮੈਂ ਪੰਜਾਬ ਐਂਡ ਸਿੰਧ ਬੈਂਕ ਤੋਂ ਮੁਦਰਾ ਲੋਨ 5 ਲੱਖ ਰੁਪਏ ਦਾ ਲਿਆ ਹੈ, ਜਿਹਦੇ ਨਾਲ ਮੈਨੂੰ ਉਮੀਦ ਹੈ ਕਿ ਮੇਰਾ ਬਿਜ਼ਨਸ ਬਹੁਤ ਅੱਛਾ ਗਰੋ ਕਰੇਗਾ। ਮੈਂ ਇਕੱਲਾ ਦਾ ਨਹੀਂ, ਮੇਰੇ ਨਾਲ ਜਿਹੜੇ ਹੋਰ ਇੰਪਲਾਈ ਮੇਰੇ ਕੰਮ ਕਰਦੇ ਆ 3-4, ਉਹਨਾਂ ਦਾ ਉਹ ਵੀ ਗਰੋ ਕਰਨਗੇ ਬਹੁਤ ਜ਼ਿਆਦਾ। ਔਰ ਮੈਨੂੰ ਇਹ ਸਕੀਮ ਬਹੁਤ ਅੱਛੀ ਲੱਗੀ। ਕਾਮਯਾਬੀ ਸਹੂਲਤਾਂ ਦੀ ਮੁਹਤਾਜ ਨਹੀਂ ਹੁੰਦੀ ਅਤੇ ਜੇ ਕੁਝ ਕਰਨ ਗੁਜ਼ਰਨ ਦੀ ਤੰਗ ਹੋਵੇ ਤਾਂ ਜ਼ਿੰਦਗੀ ਵਿੱਚ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ। ਪਟਿਆਲਾ ਜ਼ਿਲ੍ਹੇ ਦੇ ਪਿੰਡ ਮਗਰ ਸਾਹਿਬ ਦੇ ਨਿਵਾਸੀ ਪੁਸ਼ਪਨਾਥ ਸ਼ਰਮਾ ਦੇ ਸਪੁੱਤਰ ਕਮਲਦੀਪ ਸ਼ਰਮਾ ਨੇ ਇਸਰੋ ਵਿੱਚ ਵਿਗਿਆਨੀ ਦੇ ਤੌਰ ਤੇ ਦਾਖਲਾ ਲੈ ਕੇ ਇਸ ਕਥਨ ਨੂੰ ਸੱਚ ਕਰ ਦਿਖਾਇਆ ਹੈ। ਕਮਲਦੀਪ ਸ਼ਰਮਾ ਦੇ ਪਿਤਾ ਟੈਂਪੂ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸਨ ਅਤੇ ਕਮਲਦੀਪ ਸ਼ਰਮਾ ਨੇ ਪਿਤਾ ਦੀ ਮਿਹਨਤ ਨੂੰ ਅਜਾਈ ਨਹੀਂ ਜਾਣ ਦਿੱਤਾ। ਇਸਰੋ ਸੰਸਥਾ ਲਈ ਚੁਣੇ ਗਏ ਨਵੇਂ ਵਿਗਿਆਨੀਆਂ 'ਚੋਂ ਕਮਲਦੀਪ ਸ਼ਰਮਾ ਨੇ ਪੰਜਾਬ 'ਚੋਂ ਪਹਿਲਾ ਅਤੇ ਦੇਸ਼ 'ਚੋਂ ਤੀਜਾ ਸਥਾਨ ਹਾਸਲ ਕਰਕੇ ਸਿਰਫ ਆਪਣੇ ਮਾਤਾ-ਪਿਤਾ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਕਮਲਦੀਪ ਸ਼ਰਮਾ ਨੇ ਦੱਸਿਆ ਹੈ ਕਿ 4 ਸਾਲ ਪਹਿਲਾਂ ਜਦ ਇਸਰੋ ਦੇ ਇੱਕ ਸਮੇਂ 100 ਉਪਗ੍ਰਹਿ ਲਾਂਚ ਕੀਤੇ ਤਾਂ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਇਸਰੋ ਵਿੱਚ ਸਾਇੰਟਿਸਟ ਬਣਨ ਦਾ ਟੀਚਾ ਮਿਥਿਆ। 4 ਸਾਲ ਲਗਾਤਾਰ ਸਫਲ ਰਹਿਣ 'ਤੇ ਵੀ ਉਹਨਾਂ ਨੇ ਹੌਸਲਾ ਨਹੀਂ ਛੱਡਿਆ ਅਤੇ 5ਵੇਂ ਸਾਲ ਉਹਨਾਂ ਦੀ ਮਿਹਨਤ ਅਤੇ ਲਗਨ रंग लियाई ਜਦੋਂ ਮੈਰਿਟ ਲਿਸਟ ਵਿੱਚ ਤੀਜੇ ਸਥਾਨ ਤੇ ਆਏ। बहुत बार फेल हुआ जी, तो हर बार यही होता था कि यार फेल हो गया, दोबारा से फिर मेहनत करनी पड़ेगी, दोबारा से फिर नोट्स पढ़ने पड़ेंगे। पर उस टाइम पे ना कुछ एक लाइनें थी जो मैं बार बार रिपीट करता था अपने दिमाग के अंदर। वो लाइनें ऐसी थी कि पंजाबी की लाइनें थी, वो एक पोइट्री थी कि मैं ते मेरी कोशिश कदे अकदे नहीं, थकदे नहीं, टुटदे नहीं, मैं ते मेरी कोशिश सवेर तो लैके टकालां तक, गर्मी तो लैके सियालां तक, जो करना है जो बनना है कदे दिमागों नहीं कड्डी दा, एक आस विश्वास हौसला नहीं छड्डी दा, हक दी ਕਮਲਦੀਪ ਦੇ ਪਿਤਾ ਪੁਸ਼ਪਨਾਥ ਸ਼ਰਮਾ ਆਪਣੇ ਪੁੱਤਰ ਦੀ ਕਾਮਯਾਬੀ ਤੇ ਬੇहद ਖੁਸ਼ ਨੇ। ਉਹਨਾਂ ਨੂੰ ਮਾਣ ਹੈ ਕਿ ਟੈਂਪੂ ਚਲਾ ਕੇ ਮਿਹਨਤ ਕਰਨ ਵਾਲੇ ਇਨਸਾਨ ਦਾ ਬੱਚਾ ਇੰਨੀ ਬੁਲੰਦੀ ਤੇ ਪਹੁੰਚਿਆ ਏ। ਨੂੰ ਬਹੁਤ ਖੁਸ਼ੀ ਹੋਈ ਕਿ ਮੇਰਾ ਪੁੱਤਰ ਕਮਲਦੀਪ ਸ਼ਰਮਾ ਅੱਜ ਸਾਇੰਟਿਸਟ ਬਣ ਗਿਆ ਹੈ ਤੇ ਇਸ ਪ੍ਰਾਪਤੀ ਵਾਸਤੇ ਜਦੋਂ ਵੀ ਉਹ ਟੁੱਟਦਾ ਸੀ ਜਾਂ ਥੱਕਦਾ ਸੀ ਮੈਂ ਉਸ ਨੂੰ ਇਹੀ ਸਹਾਰਾ ਦਿੰਦਾ ਸੀ ਕਿ ਪੁੱਤਰ ਕੋਈ ਗੱਲ ਨਹੀਂ, ਕਦੇ ਨਾ ਕਦੇ ਦਿਨ ਜ਼ਰੂਰ ਆਉਣਗੇ ਚੰਗੇ। ਕਮਲਦੀਪ ਦੇ ਸਕੂਲ ਸਮੇਂ ਦੇ ਅਧਿਆਪਕ ਪਦਮਨਾਭ ਸ਼ਰਮਾ ਨੇ ਕਿਹਾ ਹੈ ਕਿ ਇੱਕ ਪਿੰਡ ਦੇ ਸਕੂਲ ਤੋਂ ਉੱਠ ਕੇ ਕਮਲਦੀਪ ਨੇ ਇਸਰੋ ਵਰਗੀ ਵਕਾਰੀ ਸੰਸਥਾ ਦਾ ਵਿਗਿਆਨੀ ਬਣ ਕੇ ਆਪਣੇ ਮਾਪਿਆਂ ਤੇ ਅਧਿਆਪਕਾਂ ਦੇ ਨਾਲ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ। ਅਤੇ ਮੇਰਾ ਪੜ੍ਹਾਇਆ ਹੋਇਆ ਕਮਲਦੀਪ ਸ਼ਰਮਾ ਅੱਜ ਇਸ ਮੁਕਾਮ ਤੇ ਪਹੁੰਚਾ ਹੈ ਕਿ ਮੈਨੂੰ ਇੰਨੀ ਖੁਸ਼ੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ 24 ਅਕਤੂਬਰ ਨੂੰ ਸਵੇਰੇ 11 ਵਜੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਮਨ ਕੀ ਬਾਤ ਪ੍ਰੋਗਰਾਮ ਇਸ ਕੜੀ ਦੀ 82ਵਾਂ ਪ੍ਰੋਗਰਾਮ ਹੋਵੇਗਾ। ਇਸ ਪ੍ਰੋਗਰਾਮ ਦਾ ਆਕਾਸ਼ਵਾਣੀ ਤੇ ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕ 'ਤੇ ਪ੍ਰਸਾਰਣ ਕੀਤਾ ਜਾਵੇਗਾ। ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਆਊਟਰੀਚ ਪ੍ਰੋਗਰਾਮ ਤਹਿਤ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਅਜੇ ਤਿਵਾੜੀ ਨੇ ਅੱਜ ਮੋਹਾਲੀ ਜ਼ਿਲ੍ਹੇ ਦੇ ਪਾਪੜੀ ਪਿੰਡ ਦਾ ਦੌਰਾ ਕੀਤਾ। ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਅਰੁਣ ਗੁਪਤਾ ਤੇ ਮੋਹਾਲੀ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ RS ਰਾਏ ਵੀ ਉਹਨਾਂ ਨਾਲ ਮੌਜੂਦ ਸਨ। ਅਰੁਣ ਗੁਪਤਾ ਨੇ ਦੱਸਿਆ ਕਿ ਅਥਾਰਟੀ ਵੱਲੋਂ ਪਿੰਡਾਂ ਵਿੱਚ ਲੋਕਾਂ ਨੂੰ ਕਾਨੂੰਨ, ਉਹਨਾਂ ਦੇ ਅਧਿਕਾਰਾਂ, ਕਰਤੱਵਾਂ ਅਤੇ ਵੱਖ-ਵੱਖ ਭਲਾਈ ਤੇ ਮੁਆਵਜ਼ਾ ਸਕੀਮਾਂ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਅਰੁਣ ਗੁਪਤਾ ਨੇ ਕਿਹਾ ਹੈ ਕਿ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਤੇ ਲੋਕ ਅਦਾਲਤ ਦੇ ਮਹੱਤਵ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਆਪਣੇ ਵਿਵਾਹਿਕ ਪੈਨਸ਼ਨ, ਬਿਜਲੀ ਅਤੇ ਪਾਣੀ ਬਿੱਲਾਂ ਵਰਗੇ ਝਗੜਿਆਂ ਦਾ ਮੁਫਤ ਨਿਪਟਾਰਾ ਕਰ ਸਕਣ। ਬਾਕੜਪੁਰ ਅਤੇ ਧਰਮਗੜ੍ਹ ਪਿੰਡਾਂ ਵਿੱਚ ਵੀ ਅਜਿਹੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਨੇ। ਸਾਡੀ ਅਥਾਰਟੀ ਦਾ ਮੇਨ ਪਰਪਸ ਇਹ ਹੈਗਾ ਕਿ ਜਿਹੜੇ ਲੋਕੀ ਵਕੀਲ ਨਹੀਂ ਕਰ ਸਕਦੇ ਉਹਨਾਂ ਨੂੰ ਅਸੀਂ ਵਕੀਲ ਦੇਈਏ। ਉਹਦੇ ਵਿੱਚ ਅਸੀਂ ਉਹਨਾਂ ਵਕੀਲਾਂ ਦੀ ਫੀਸ ਤੇ ਫੁਟਕਲ ਖਰਚੇ ਸਾਰੇ ਦਿੰਦੇ ਹੈਗੇ ਆ। ਇਸ ਤੋਂ ਇਲਾਵਾ ਅਸੀਂ ਪੰਜਾਬ ਵਿਕਟਮ ਕੰਪਨਸੇਸ਼ਨ ਦੇ ਥੱਲੇ
ਪੀੜਤਾਂ ਨੂੰ ਮੁਆਵਜ਼ਾ ਵੀ ਦਿੰਦੇ ਆ, ਨੈਸ਼ਨਲ ਲੋਕ ਅਦਾਲਤਾਂ ਹੋਲਡ ਕਰਦੇ ਆ ਤੇ ਪਰਮਾਨੈਂਟ ਲੋਕ ਅਦਾਲਤਾਂ ਜਿੱਥੇ ਪਬਲਿਕ ਯੂਟਿਲਿਟੀ ਸਰਵਿਸ ਦੇ ਕੇਸ ਹੈਗੇ ਆ ਉਹ ਵੀ ਅਸੀਂ ਫੈਸਲਾ ਕਰਾਉਂਦੇ ਆ। ਅਸੀਂ ਪਿੰਡ ਪਾਪੜੀ ਤੇ 2 ਪਿੰਡ ਹੋਰ ਦੇ ਵਿੱਚ ਜਿਹੜਾ ਪ੍ਰੋਗਰਾਮ ਹੈ ਸਾਡਾ ਲੀਗਲ ਸਰਵਿਸ ਫ੍ਰੀ ਲੀਗਲ ਸਰਵਿਸ ਅਥਾਰਟੀ ਦਾ, ਉਹਦੇ ਵਿੱਚ ਜਾ ਰਹੇ ਹਾਂ ਤੇ ਇਹ ਸੁਨੇਹਾ ਦੇਣ ਲਈ ਲੋਕਾਂ ਨੂੰ ਘਰ ਘਰ ਕਿ ਉਹ ਜਿਹੜੀਆਂ ਫ੍ਰੀ ਲੀਗਲ ਸਰਵਿਸ ਅਥਾਰਟੀ ਦੇ ਤਹਿਤ ਸਾਡੇ ਕੋਲ ਸਕੀਮਾਂ ਨੇ ਤੇ ਉਹਨਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ। ਕੇਂਦਰੀ ਖੇਡ ਅਤੇ ਯੁਵਾ ਮਾਮਲੇ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਸਾਨੂੰ ਇੱਕ ਰੋਡ ਮੈਪ ਬਣਾਉਣਾ ਹੋਵੇਗਾ ਤਾਂ ਜੋ ਭਵਿੱਖ ਵਿੱਚ ਭਾਰਤ ਓਲੰਪਿਕ ਖੇਡਾਂ ਵਿੱਚ ਬਿਹਤਰ ਪ੍ਰਦਰਸ਼ਨ ਕਰ ਸਕੇ। ਹਿਮਾਚਲ ਦੇ ਆਪਣੇ ਦੌਰੇ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਦੇਸ਼ ਵਿੱਚ ਉਪਲਬਧ ਖੇਡ ਬੁਨਿਆਦੀ ਢਾਂਚੇ ਦੀ ਬਿਹਤਰ ਵਰਤੋਂ ਲਈ ਇਸ ਦੀ ਪਛਾਣ ਕਰਨੀ ਹੋਵੇਗੀ। ਅਨੁਰਾਗ ਠਾਕੁਰ ਨੇ ਦੇਸ਼ ਵਿੱਚ ਖੇਡ ਮੁਕਾਬਲੇ ਲਗਾਤਾਰ ਕਰਵਾਉਣ ਲਈ ਆਖਿਆ ਤਾਂ ਜੋ ਖਿਡਾਰੀਆਂ ਨੂੰ ਮੁਕਾਬਲੇ ਦਾ ਮੌਕਾ ਮਿਲਦਾ ਰਹੇ। क्या उस राज्य में खेल सुविधा किस जिला में है, मैं वो सब एकत्रित भी कर रहा हूँ। उसका एक डैशबोर्ड बनाकर देश भर में तैयार करके दूंगा कि कोई भी व्यक्ति जाकर दे सकता है कि हिमाचल प्रदेश के हमीरपुर में क्या क्या खेल सुविधा है, और उसको जियो टैगिंग करके बता देंगे कि आपको अगर वो देखना है तो आप उसको वहां जाकर देख सकते हैं। तो एक आम नागरिक से लेकर एक आम और खिलाड़ी को भी देश भर का रोड मैप होगा कि कहीं पर वो जाए, आने वाले कुछ महीनों के बाद आपके पास आपके मोबाइल फोन पर वो सुविधा उपलब्ध होगी कि पूरे देश का खाका आपके सामने होगा। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ, Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ। ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਆਗਿਆ ਦਿਓ। ਨਮਸਕਾਰ।